ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਪਰਮ ਸਨਮਾਨਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚੰਦਰਭਾਗਾ ਨਦੀ ਦੇ ਕਿਨਾਰੇ ਗਿਆਨੇਸ਼ਵਰ ਤੇ ਹੋਰ ਭਗਤ ਬੈਠ ਕੇ ਗਿਆਨ ਗੋਸ਼ਟੀ ਕਰ ਰਹੇ ਸਨ ਤੇ ਸ਼੍ਰੀ ਨਾਮਦੇਵ ਜੀ ਵੀ ਉਹਨਾਂ ਭਗਤਾਂ ਵਿੱਚ ਹੀ ਬੈਠੇ ਸਨ। ਗਿਆਨੇਸ਼ਵਰ ਜੀ ਨੇ ਸੋਚਿਆ ਕਿ ਭਗਤ ਨਾਮਦੇਵ ਜੀ ਗੁਰੂ ਦੀ ਕਿਰਪਾ ਤੋਂ ਖਾਲੀ ਹਨ। ਉਹਨਾਂ ਨੇ ਗੋਰਾ ਘੁਮਿਆਰ ਨੂੰ ਕੋਲ ਸੱਦ ਕੇ ਕਿਹਾ ਕਿ ਤੁਸੀਂ ਇਹਨਾਂ ਸਾਰੇ ਭਗਤਾਂ ਵਿੱਚੋਂ ਪਰਖ ਕੇ ਦੱਸੋ ਕਿ ਇਹਨਾਂ ਵਿੱਚ ਗੁਰੂ ਤੋਂ ਬਗੈਰ ਕਿੰਨੇ ਭਗਤ ਬੈਠੇ ਹਨ। ਗੋਰਾ ਨੇ ਕਿਹਾ, ਜੀ ਮੈਨੂੰ ਪਰਖ ਕਰਨ ਦੀ ਕੋਈ ਵਿਧੀ ਨਹੀਂ ਆਉਂਦੀ, ਮੈਨੂੰ ਤੁਸੀਂ ਦੱਸ ਦਿਓ ਕਿ ਮੈਂ ਪਰਖ ਕਿਵੇਂ ਕਰਾਂ। ਗਿਆਨੇਸ਼ਵਰ ਜੀ ਨੇ ਕਿਹਾ, ਇਹ ਪਰਖ ਕਰਨੀ ਕਿਹੜੀ ਔਖੀ ਹੈ। ਜਿਵੇਂ ਤੁਸੀਂ ਆਪਣੇ ਬਣਾਏ ਹੋਏ ਭਾਂਡਿਆਂ ਦੀ ਥਾਪੀ ਨਾਲ ਪਰਖ ਕਰਦੇ ਹੋ, ਉਸ ਤਰ੍ਹਾਂ ਹੀ ਇਹਨਾਂ ਦੇ ਮੱਥੇ ਤੋਂ ਇਹਨਾਂ ਦੀ ਪਰਖ ਕਰੋ। ਗੋਰਾ ਘੁਮਿਆਰ ਸਾਰਿਆਂ ਭਗਤਾਂ ਦੇ ਮੱਥੇ ਤੇ ਇੱਕ ਥਾਪੀ ਮਾਰਦੇ ਚਲੇ ਗਏ। ਜਦੋਂ ਉਹਨਾਂ ਨੇ ਨਾਮਦੇਵ ਜੀ ਨੂੰ ਥਾਪੀ ਮਾਰੀ ਤਾਂ ਉਹ ਅੱਗੋਂ ਬੜੇ ਕ੍ਰੋਧ ਵਿੱਚ ਗੋਰਾ ਨੂੰ ਆਖਣ ਲੱਗੇ, ਤੁਸੀਂ ਭਗਤਾਂ ਦੀ ਇਹ ਬੜੇ ਗਲਤ ਤਰੀਕੇ ਨਾਲ ਪਰਖ ਕਰ ਰਹੇ ਹੋ, ਇਹ ਮੂਰਖਾਂ ਵਾਲਾ ਕੰਮ ਹੈ। ਤੇ ਇਸ ਤਰ੍ਹਾਂ ਭਗਤ ਜੀ ਹੋਰ ਵੀ ਕਈ ਭੈੜੇ ਸ਼ਬਦ ਬੋਲੇ। ਗੋਰਾ ਨੇ ਗਿਆਨੇਸ਼ਵਰ ਜੀ ਨੂੰ ਆ ਕੇ ਕਿਹਾ ਕਿ ਇਹਨਾਂ ਸਭਨਾਂ ਭਗਤਾਂ ਵਿੱਚ ਸਿਰਫ ਨਾਮਦੇਵ ਜੀ ਹੀ ਗੁਰੂ ਤੋਂ ਬਗੈਰ ਹਨ। ਤਦ ਗਿਆਨੇਸ਼ਵਰ ਜੀ ਨੇ ਨਾਮਦੇਵ ਜੀ ਨੂੰ ਸੱਦ ਕੇ ਕਿਹਾ, ਕਾਕਾ, ਸਭ ਤੋਂ ਪਹਿਲਾਂ ਤੁਸੀਂ ਗੁਰੂ ਧਾਰਨ ਕਰੋ। ਭਗਤ ਨਾਮਦੇਵ ਜੀ ਨੇ ਕਿਹਾ, ਗੁਰੂ ਕੀ ਹੁੰਦਾ ਹੈ? ਗਿਆਨੇਸ਼ਵਰ ਜੀ ਨੇ ਕਿਹਾ, ਗੁਰੂ ਤੋਂ ਬਿਨਾਂ ਗਿਆਨ ਨਹੀਂ ਹੋ ਸਕਦਾ। ਤੁਸੀਂ ਗੁਰੂ ਧਾਰਨ ਨਹੀਂ ਕੀਤਾ ਹੈ, ਇਸ ਕਰਕੇ ਭਗਤਾਂ ਦੀ ਮੰਡਲੀ ਵਿੱਚੋਂ ਉੱਠ ਜਾਓ। ਭਗਤ ਨਾਮਦੇਵ ਜੀ ਨੂੰ ਜਦੋਂ ਗਿਆਨੇਸ਼ਵਰ ਜੀ ਨੇ ਭਗਤਾਂ ਵਿੱਚੋਂ ਨਿਗੋਰਾ ਕਹਿ ਕੇ ਉਠਾ ਦਿੱਤਾ ਤਾਂ ਉਹ ਬਹੁਤ ਦੁਖੀ ਹੋਏ। ਫਿਰ ਵਿਠਲ ਭਗਵਾਨ ਜੀ ਦੇ ਮੰਦਰ ਗਏ ਤੇ ਉਹਨਾਂ ਦੇ ਚਰਨਾਂ ਤੇ ਸਿਰ ਰੱਖ ਕੇ ਰੋਣ ਲੱਗ ਪਏ। ਪ੍ਰਭੂ ਜੀ ਜਾਣੀ ਜਾਣ ਸਨ। ਉਹਨਾਂ ਨੇ ਫਿਰ ਵੀ ਨਾਮਦੇਵ ਜੀ ਨੂੰ ਕਿਹਾ, ਕੀ ਗੱਲ ਹੋਈ? ਤੂੰ ਅੱਜ ਐਡੇ ਵਿਰਲਾਪ ਵਿੱਚ ਕਿਉਂ ਹੈ? ਭਗਤ ਨਾਮਦੇਵ ਜੀ ਨੇ ਕਿਹਾ, ਹੇ ਪ੍ਰਭੂ, ਇੰਨਾ ਚਿਰ ਮੈਂ ਤੇਰੀ ਸੇਵਾ ਕੀਤੀ ਹੈ ਤੇ ਅੱਜ ਮੈਨੂੰ ਨਿਗੋਰਾ ਕਹਿ ਕੇ ਭਗਤਾਂ ਦੀ ਮੰਡਲੀ ਵਿੱਚੋਂ ਉਠਾ ਦਿੱਤਾ। ਮੇਰੀ ਬੜੀ ਬੇਇੱਜ਼ਤੀ ਕੀਤੀ। ਮੈਨੂੰ ਇਸ ਗੱਲ ਦਾ ਬੜਾ ਦੁੱਖ ਹੈ। ਮੇਰਾ ਜੀ ਕਰਦਾ ਹੈ ਕਿ ਮੈਂ ਆਪਣੇ ਜੀਵਨ ਦਾ ਅੰਤ ਕਰ ਲਵਾਂ। ਵਿਠਲ ਪ੍ਰਭੂ ਭਗਤ ਨਾਮਦੇਵ ਜੀ ਦੇ ਇਹ ਬਚਨ ਸੁਣ ਕੇ ਬੋਲੇ, ਨਾਮਦੇਵ, ਜੇਕਰ ਤੈਨੂੰ ਭਗਤਾਂ ਸੰਤਾਂ ਨੇ ਗੁਰੂਹੀਣ ਕਹਿ ਕੇ ਆਪਣੀ ਮੰਡਲੀ ਵਿੱਚੋਂ ਉਠਾ ਦਿੱਤਾ ਤਾਂ ਕੀ ਹੋਇਆ? ਵੈਸੇ ਵੀ ਤੂੰ ਗਿਆਨਹੀਣ ਹੈ, ਇਸ ਵਾਸਤੇ ਤੈਨੂੰ ਗੁਰੂ ਧਾਰਨ ਕਰਨਾ ਹੀ ਪਵੇਗਾ। ਭਗਤ ਨਾਮਦੇਵ ਜੀ ਕਹਿਣ ਲੱਗੇ, ਪ੍ਰਭੂ ਜੀ, ਮੈਨੂੰ ਗੁਰੂ ਧਾਰਨ ਕਰਨ ਦੀ ਕੀ ਲੋੜ ਹੈ? ਜਦੋਂ ਤੁਸੀਂ ਮੈਨੂੰ ਸਾਕਾਰ ਰੂਪ ਵਿੱਚ ਦਰਸ਼ਨ ਦਿੰਦੇ ਹੋ ਤੇ ਮੇਰਾ ਲਿਆਂਦਾ ਨਿਵੇਦ ਗ੍ਰਹਿਣ ਕਰਦੇ ਹੋ, ਜੇਕਰ ਮੈਨੂੰ ਤੁਹਾਡੀ ਪੂਜਾ ਕਰਕੇ ਤੁਹਾਡੇ ਦਰਸ਼ਨ ਪ੍ਰਾਪਤ ਕਰਨ ਦਾ ਗਿਆਨ ਹੈ ਤਾਂ ਮੈਂ ਗੁਰੂ ਧਾਰਨ ਕਿਉਂ ਕਰਾਂ? ਵਿਠਲ ਭਗਵਾਨ ਜੀ ਨੇ ਆਖਿਆ, ਨਾਮਦੇਵ, ਕੀ ਤੂੰ ਇਹ ਸਮਝਦਾ ਹੈ ਕਿ ਮੇਰਾ ਸਿਰਫ ਇੱਕ ਹੀ ਰੂਪ ਹੈ? ਨਹੀਂ, ਮੇਰੇ ਹੋਰ ਅਨੇਕਾਂ ਰੂਪ ਹਨ। ਅਸੀਂ ਤੇਰਾ ਇਮਤਿਹਾਨ ਲੈਂਦੇ ਹਾਂ। ਜੇਕਰ ਤੂੰ ਮੈਨੂੰ ਹੋਰ ਰੂਪ ਵਿੱਚ ਪਹਿਚਾਣ ਲਵੇਂਗਾ ਤਾਂ ਮੈਂ ਸਮਝ ਲਵਾਂਗਾ ਕਿ ਤੈਨੂੰ ਪੂਰਾ ਗਿਆਨ ਹੈ ਤੇ ਤੈਨੂੰ ਗੁਰੂ ਧਾਰਨ ਕਰਨ ਦੀ ਕੋਈ ਲੋੜ ਨਹੀਂ। ਭਗਤ ਨਾਮਦੇਵ ਜੀ ਨੇ ਕਿਹਾ, ਹੇ ਪ੍ਰਭੂ ਜੀ, ਚਲੋ ਤੁਸੀਂ ਆਪਣੇ ਕਿਸੇ ਵੀ ਹੋਰ ਰੂਪ ਵਿੱਚ ਮੈਨੂੰ ਮਿਲੋ, ਤੁਹਾਨੂੰ ਮੈਂ ਜ਼ਰੂਰ ਪਹਿਚਾਣ ਲਵਾਂਗਾ। ਭਗਤ ਨਾਮਦੇਵ ਜੀ ਦੀ ਇਹ ਗੱਲ ਸੁਣ ਕੇ ਵਿਠਲ ਭਗਵਾਨ ਜੀ ਨੇ ਕਿਹਾ, ਤੂੰ ਕੱਲ ਸਾਬਤੇ ਮਾਲੀ ਨੂੰ ਨਾਲ ਲੈ ਕੇ ਭੀਮਾ ਨਦੀ ਦੇ ਕੰਢੇ ਬੈਠੀ, ਮੈਂ ਉੱਥੇ ਆਵਾਂਗਾ। ਅਗਲੀ ਸਵੇਰ ਭਗਤ ਨਾਮਦੇਵ ਜੀ ਤੇ ਸਾਬਤਾ ਮਾਲੀ ਨਦੀ ਕੰਢੇ ਬੈਠ ਕੇ ਪ੍ਰਭੂ ਦੀ ਉਡੀਕ ਕਰਨ ਲੱਗੇ। ਕੁਝ ਸਮੇਂ ਪਿੱਛੋਂ ਉੱਥੇ ਇੱਕ ਫਕੀਰ ਆਪਣੇ ਨਾਲ ਇੱਕ ਕੁੱਤੀ ਲੈ ਕੇ ਗਿਆ ਤੇ ਉਹਨਾਂ ਦੋਹਾਂ ਲਾਗੇ ਹੀ ਆ ਕੇ ਬੈਠ ਗਿਆ। ਸਾਬਤਾ ਮਾਲੀ ਸਮਝ ਗਿਆ ਕਿ ਪ੍ਰਭੂ ਜੀ ਫਕੀਰ ਦੇ ਭੇਸ ਵਿੱਚ ਕਾਮਤੈਨ ਗਊ ਨੂੰ ਕੁੱਤੀ ਦਾ ਰੂਪ ਧਾਰਨ ਕਰਕੇ ਆਏ ਹਨ। ਪਰ ਭਗਤ ਨਾਮਦੇਵ ਜੀ ਨੂੰ ਇਸ ਗੱਲ ਦਾ ਬਿਲਕੁਲ ਪਤਾ ਨਾ ਚੱਲ ਸਕਿਆ। ਫਿਰ ਫਕੀਰ ਨੇ ਆਪਣੀ ਚਿਲਮ ਯਾਨੀ ਕਿ ਹੁੱਕੇ ਨੂੰ ਸੁਲਗਾਇਆ ਤੇ ਸਾਬਤੇ ਮਾਲੀ ਨੂੰ ਪੁੱਛਿਆ, ਕਿਉਂ ਭਾਈ, ਤੂੰ ਚਿਲਮ ਪੀਏਗਾ? ਸਾਬਤੇ ਮਾਲੀ ਨੇ ਹਾਂ ਕਹਿ ਕੇ
ਫਕੀਰ ਕੋਲੋਂ ਚਿਲਮ ਫੜ ਕੇ ਪੀਣੀ ਸ਼ੁਰੂ ਕਰ ਦਿੱਤੀ। ਭਗਤ ਨਾਮਦੇਵ ਜੀ ਨੇ ਸਾਬਤੇ ਮਾਲੀ ਨੂੰ ਕਿਹਾ, ਤੂੰ ਇਹ ਕੀ ਕਰ ਰਿਹਾ ਹੈ? ਇੱਕ ਫਕੀਰ ਹੱਥੋਂ ਚਿਲਮ ਪੀ ਰਿਹਾ ਹੈ। ਤਦ ਸਾਬਤੇ ਮਾਲੀ ਨੇ ਕਿਹਾ, ਮੈਨੂੰ ਚਿਲਮ ਪੀਣ ਦੀ ਇੱਛਾ ਪ੍ਰਗਟ ਹੋਈ ਸੀ, ਉਹ ਮੇਰੀ ਪੂਰੀ ਹੋ ਗਈ। ਫਿਰ ਫਕੀਰ ਨੇ ਆਪਣੀ ਝੋਲੀ ਵਿੱਚੋਂ ਛੋਟੇ ਛੋਟੇ ਰੋਟੀ ਦੇ ਟੁਕੜੇ ਕੱਢ ਕੇ ਆਪਣੇ ਠੂਠੇ ਵਿੱਚ ਪਾਏ ਤੇ ਕੁੱਤੀ ਦਾ ਦੁੱਧ ਚੋ ਕੇ ਆਪਣਾ ਠੂਠਾ ਭਰ ਲਿਆ ਤੇ ਫਿਰ ਸਾਬਤੇ ਮਾਲੀ ਨੂੰ ਪੁੱਛਿਆ, ਭਾਈ ਤੂੰ ਦੁੱਧ ਪੀਏਂਗਾ? ਸਾਬਤੇ ਮਾਲੀ ਦੇ ਦਿਲ ਵਿੱਚ ਖਿਆਲ ਆਇਆ ਕਿ ਕਾਮਧੇਨ ਗਊ ਦਾ ਦੁੱਧ ਪੀਣ ਲਈ ਮੌਕਾ ਮਿਲਿਆ ਹੈ। ਉਸਨੇ ਝੱਟ ਹੀ ਕਹਿ ਦਿੱਤਾ, ਹਾਂ ਮੈਂ ਦੁੱਧ ਪੀਆਂਗਾ। ਸਾਬਤੇ ਮਾਲੀ ਨੇ ਫਕੀਰ ਕੋਲੋਂ ਦੁੱਧ ਵਾਲਾ ਠੂਠਾ ਫੜ ਲਿਆ। ਇਸ ਤੇ ਭਗਤ ਨਾਮਦੇਵ ਜੀ ਨੇ ਸਾਬਤੇ ਮਾਲੀ ਨੂੰ ਕਿਹਾ ਕਿ ਇਹ ਤੂੰ ਕੀ ਕਰ ਰਿਹਾ ਹੈ? ਇੱਕ ਫਕੀਰ ਦੀ ਮੰਗ ਕੇ ਲਿਆਂਦੀ ਰੋਟੀ ਤੇ ਕੁੱਤੀ ਦਾ ਦੁੱਧ ਪੀਣ ਲਈ ਵੀ ਤੂੰ ਤਿਆਰ ਹੋ ਗਿਆ ਹੈ। ਇਸ ਤੇ ਭਗਤ ਨਾਮਦੇਵ ਜੀ ਗੁੱਸੇ ਨਾਲ ਉੱਠ ਕੇ ਪ੍ਰਭੂ ਦੇ ਮੰਦਰ ਗਏ ਤੇ ਪ੍ਰਭੂ ਜੀ ਨੂੰ ਜਾ ਕੇ ਆਖਣ ਲੱਗੇ, ਭਗਵਾਨ ਜੀ, ਤੁਸੀਂ ਆਉਣ ਵਿੱਚ ਬੜੀ ਦੇਰ ਕਰ ਦਿੱਤੀ ਤੇ ਮੈਂ ਤੇ ਸਾਬਤਾ ਮਾਲੀ ਤੁਹਾਡੀ ਉਡੀਕ ਵਿੱਚ ਬੈਠੇ ਸਾਂ ਤਾਂ ਇੱਕ ਫਕੀਰ ਕੁੱਤੀ ਲੈ ਕੇ ਆ ਗਿਆ। ਭਗਤ ਨਾਮਦੇਵ ਜੀ ਨੇ ਸਾਰੀ ਕਹਾਣੀ ਪ੍ਰਭੂ ਜੀ ਨੂੰ ਸੁਣਾ ਦਿੱਤੀ। ਫਿਰ ਪ੍ਰਭੂ ਨੇ ਭਗਤ ਨਾਮਦੇਵ ਜੀ ਨੂੰ ਕਿਹਾ, ਨਾਮਦੇਵ ਜੀ, ਤੁਸੀਂ ਗੁਰੂ ਧਾਰਨ ਕਰ ਲਓ। ਭਗਤ ਨਾਮਦੇਵ ਜੀ ਕਹਿਣ ਲੱਗੇ, ਪ੍ਰਭੂ ਜੀ, ਮੇਰਾ ਤੁਹਾਡਾ ਬਚਨ ਸੀ ਕਿ ਮੈਨੂੰ ਹੋਰ ਰੂਪ ਵਿੱਚ ਜੇਕਰ ਤੂੰ ਨਾ ਪਹਿਚਾਣ ਸਕੇਂਗਾ ਤਾਂ ਤੈਨੂੰ ਗੁਰੂ ਧਾਰਨ ਕਰਨਾ ਪਵੇਗਾ। ਸੋ ਮੈਂ ਤੁਹਾਨੂੰ ਤੁਹਾਡੀ ਦੱਸੀ ਹੋਈ ਥਾਂ 'ਤੇ ਕਾਫੀ ਚਿਰ ਉਡੀਕ ਕੇ ਆਇਆ ਹਾਂ, ਪਰ ਤੁਸੀਂ ਆਪਣੇ ਕਿਸੇ ਹੋਰ ਰੂਪ ਵਿੱਚ ਉੱਥੇ ਆਏ ਹੀ ਨਹੀਂ। ਭਗਤ ਨਾਮਦੇਵ ਜੀ ਦੀ ਗੱਲ ਸੁਣ ਕੇ ਪ੍ਰਭੂ ਜੀ ਨੇ ਕਿਹਾ, ਨਾਮਦੇਵ, ਉਹ ਕੁੱਤੀ ਵਾਲਾ ਫਕੀਰ ਕੌਣ ਸੀ? ਉਹ ਮੈਂ ਹੀ ਤਾਂ ਸੀ ਤੇ ਮੇਰੇ ਨਾਲ ਜਿਹੜੀ ਕੁੱਤੀ ਸੀ ਉਹ ਮੇਰੇ ਨਾਲ ਕਾਮਧੇਨ ਗਊ ਸੀ। ਇਸ ਤੇ ਭਗਤ ਨਾਮਦੇਵ ਜੀ ਕਹਿਣ ਲੱਗੇ, ਕੀ ਹੋਇਆ ਪ੍ਰਭੂ? ਜੇਕਰ ਇੱਕ ਵਾਰੀ ਮੈਂ ਤੁਹਾਨੂੰ ਪਹਿਚਾਣ ਨਾ ਸਕਿਆ, ਤੁਸੀਂ ਹੁਣ ਕਿਸੇ ਰੂਪ ਵਿੱਚ ਆ ਕੇ ਇਹ ਪਰਖ ਕਰ ਲਓ। ਫਿਰ ਪ੍ਰਭੂ ਜੀ ਨੇ ਨਾਮਦੇਵ ਜੀ ਨੂੰ ਕਿਹਾ ਕਿ ਤੁਸੀਂ ਦੋਵੇਂ ਕੱਲ੍ਹ ਫਿਰ ਉਸੇ ਜਗ੍ਹਾ ਨਦੀ ਕਿਨਾਰੇ ਬੈਠਣਾ, ਮੈਂ ਉੱਥੇ ਹੀ ਆਵਾਂਗਾ। ਅਗਲੇ ਦਿਨ ਭਗਤ ਨਾਮਦੇਵ ਜੀ ਤੇ ਸਾਬਤਾ ਮਾਲੀ ਨਦੀ ਕਿਨਾਰੇ ਜਾ ਬੈਠੇ। ਥੋੜ੍ਹੇ ਹੀ ਸਮੇਂ ਪਿੱਛੋਂ ਇੱਕ ਪਠਾਨ ਘੋੜੇ 'ਤੇ ਚੜ੍ਹਿਆ ਆ ਰਿਹਾ ਸੀ। ਭਗਤ ਨਾਮਦੇਵ ਜੀ ਨੇ ਸਾਬਤੇ ਮਾਲੀ ਨੂੰ ਕਿਹਾ ਕਿ ਇਹ ਕੋਈ ਡਾਕੂ ਆ ਰਿਹਾ ਹੈ, ਆਪਾਂ ਇੱਥੋਂ ਨੱਸ ਚੱਲੀਏ। ਸਾਬਤੇ ਮਾਲੀ ਨੇ ਕਿਹਾ ਕਿ ਮੈਂ ਤਾਂ ਨੱਠ ਨਹੀਂ ਸਕਦਾ, ਜੋ ਹੋਵੇਗਾ ਦੇਖਿਆ ਜਾਏਗਾ। ਇੰਨੇ ਚਿਰ ਨੂੰ ਪਠਾਨ ਨੇ ਦੋਹਾਂ ਲਾਗੇ ਆਣ ਕੇ ਗਰਜਵੀਂ ਆਵਾਜ਼ ਵਿੱਚ ਕਿਹਾ, ਤੁਸੀਂ ਕੌਣ ਹੋ? ਭਗਤ ਨਾਮਦੇਵ ਜੀ ਸਾਬਤੇ ਮਾਲੀ ਨੂੰ ਉੱਥੇ ਛੱਡ ਕੇ ਮੰਦਰ ਵੱਲ ਭੱਜ ਤੁਰੇ ਤੇ ਪ੍ਰਭੂ ਜੀ ਨੂੰ ਪਠਾਨ ਵਾਲੀ ਸਾਰੀ ਕਹਾਣੀ ਸੁਣਾਈ ਤੇ ਕਿਹਾ ਕਿ ਸਾਬਤੇ ਮਾਲੀ ਦਾ ਪਤਾ ਨਹੀਂ ਉਸ ਡਾਕੂ ਪਠਾਨ ਨੇ ਉਸ ਦਾ ਕੀ ਹਾਲ ਕੀਤਾ ਹੋਵੇਗਾ। ਇੰਨੇ ਚਿਰ ਨੂੰ ਸਾਬਤਾ ਮਾਲੀ ਵੀ ਮੰਦਰ ਵਿੱਚ ਆ ਗਿਆ। ਫਿਰ ਭਗਤ ਨਾਮਦੇਵ ਜੀ ਨੇ ਸਾਬਤੇ ਨੂੰ ਪੁੱਛਿਆ, ਉਹ ਪਠਾਨ ਕਿੱਥੇ ਹੈ? ਫਿਰ ਸਾਬਤੇ ਮਾਲੀ ਨੇ ਕਿਹਾ, ਉਹ ਪਠਾਨ ਥੋੜਾ ਸੀ, ਉਹ ਪ੍ਰਭੂ ਜੀ ਨੇ ਆਪਣਾ ਭੇਸ ਹੀ ਧਾਰਨ ਕੀਤਾ ਸੀ। ਇਸ ਤੇ ਭਗਤ ਨਾਮਦੇਵ ਜੀ ਬਹੁਤ ਸ਼ਰਮਿੰਦਾ ਹੋਏ ਤੇ ਪ੍ਰਭੂ ਜੀ ਨੂੰ ਆਖਣ ਲੱਗੇ, ਪ੍ਰਭੂ ਜੀ, ਮੈਨੂੰ ਆਖਰੀ ਇੱਕ ਮੌਕਾ ਹੋਰ ਦਿਓ, ਪਰ ਤੁਸੀਂ ਆਪਣੇ ਨਾਲ ਰੁਕਮਣੀ ਜੀ ਨੂੰ ਵੀ ਨਾਲ ਲੈ ਕੇ ਆਉਣਾ। ਭਗਤ ਨਾਮਦੇਵ ਜੀ ਦੀ ਗੱਲ ਸੁਣ ਕੇ ਪ੍ਰਭੂ ਜੀ ਨੇ ਕਿਹਾ, ਤੂੰ ਕੱਲ੍ਹ ਇਕੱਲਾ ਹੀ ਪਦਮ ਤਲਾਅ ਦੇ ਕਿਨਾਰੇ ਸਾਨੂੰ ਉਡੀਕਣਾ, ਮੈਂ ਉੱਥੇ ਰੁਕਮਣੀ ਸਮੇਤ ਆਵਾਂਗਾ, ਫਿਰ ਤੂੰ ਮੈਨੂੰ ਪਹਿਚਾਣ ਲਈ। ਅਗਲੇ ਦਿਨ ਜਦੋਂ ਨਾਮਦੇਵ ਜੀ ਤਲਾਅ ਦੇ ਕੰਢੇ ਪ੍ਰਭੂ ਜੀ ਦੀ ਉਡੀਕ ਕਰ ਰਹੇ ਸਨ ਤਾਂ ਇੱਕ ਲੋਹਾਰ ਆਪਣੀ ਲੋਹਾਰਨ ਤੇ ਆਪਣੇ 2 ਬੱਚੇ ਤੇ ਇੱਕ ਮੱਝ ਨੂੰ ਲੈ ਕੇ ਆ ਗਿਆ। ਉਸਨੇ ਆਪਣਾ ਡੇਰਾ ਭਗਤ ਨਾਮਦੇਵ ਜੀ ਦੇ ਲਾਗੇ ਹੀ ਲਾ ਕੇ ਲੋਹਾਰਨ ਨੂੰ ਭੋਜਨ ਤਿਆਰ ਕਰਨ ਲਈ ਕਿਹਾ। ਲੋਹਾਰਨ ਨੇ ਕਿਹਾ ਕਿ ਰੋਟੀ ਖਾਣ ਨੂੰ ਸਬਜ਼ੀ ਕੀ ਬਣਾਵਾਂ? ਲੋਹਾਰ ਨੇ ਕਿਹਾ, ਮੁਰਗੀ ਬਣਾ ਲਓ। ਲੋਹਾਰਨ ਨੇ ਕਿਹਾ, ਮੁਰਗੀ ਨਾਲ ਭਾਂਡਾ ਨਹੀਂ ਭਰ ਰਿਹਾ। ਜਦੋਂ ਇੰਨੀ ਗੱਲ ਲੋਹਾਰਨ ਨੇ ਕਹੀ ਤਾਂ ਲੋਹਾਰ ਨੇ ਵਾਰੀ-ਵਾਰੀ ਮੱਝ ਦੇ ਬੱਚੇ ਵੀ ਕਟਵਾ ਕੇ ਭਾਂਡੇ ਵਿੱਚ ਪਵਾ ਦਿੱਤੇ। ਇਸ ਦੇ ਬਾਵਜੂਦ ਵੀ ਲੋਹਾਰਨ ਨੇ ਕਿਹਾ ਕਿ ਅਜੇ ਵੀ ਭਾਂਡਾ ਨਹੀਂ ਭਰ ਰਿਹਾ ਤੇ ਭਗਤ ਨਾਮਦੇਵ ਜੀ ਵੱਲ ਉਂਗਲ ਕਰਕੇ ਕਿਹਾ, ਉਸ ਬਾਲਕ ਨੂੰ ਵੀ ਇਸ ਵਿੱਚ ਪਾ ਲਓ। ਇਹ ਵੇਖ ਕੇ ਭਗਤ ਨਾਮਦੇਵ ਜੀ ਉੱਥੋਂ ਭੱਜ ਉੱਠੇ ਤੇ ਘਬਰਾਏ ਹੋਏ ਮੰਦਰ ਵਿੱਚ ਆ ਗਏ। ਪ੍ਰਭੂ ਜੀ ਦੇ ਚਰਨਾਂ ਵਿੱਚ ਇਹ ਸਾਰੀ ਕਹਾਣੀ ਸੁਣਾਈ ਕਿ ਪ੍ਰਭੂ ਜੀ, ਤੁਸੀਂ ਤੇ ਆਏ ਨਹੀਂ। ਉੱਥੇ ਇੱਕ ਦਿਓ ਆਪਣੀ ਜਨਾਨੀ ਪ੍ਰੇਤ ਨੂੰ ਲੈ ਕੇ ਆ ਗਿਆ
ਪਰ ਮੈਂ ਆਪਣੀ ਜਾਨ ਬਚਾ ਕੇ ਮਸਾਂ ਤੁਹਾਡੇ ਕੋਲ ਆਇਆ ਹਾਂ। ਪ੍ਰਭੂ ਜੀ ਨੇ ਕਿਹਾ, ਉਹ ਦਾਨਵ ਮੈਂ ਹੀ ਸੀ ਤੇ ਪ੍ਰੇਤ ਰੁਕਮਣੀ ਸੀ। ਇਹ ਸੁਣ ਕੇ ਭਗਤ ਨਾਮਦੇਵ ਜੀ ਨੇ ਪ੍ਰਭੂ ਅੱਗੇ ਸੀਸ ਨਿਵਾ ਕੇ ਕਿਹਾ, ਪ੍ਰਭੂ ਜੀ ਸੱਚ ਹੀ ਮੈਂ ਗਿਆਨਹੀਣ ਹਾਂ, ਮੈਨੂੰ ਗੁਰੂ ਧਾਰਨ ਕਰਨਾ ਹੀ ਪਵੇਗਾ। ਤੁਸੀਂ ਮੈਨੂੰ ਦੱਸੋ ਕਿ ਮੈਂ ਕਿਸ ਨੂੰ ਆਪਣਾ ਗੁਰੂ ਬਣਾਵਾਂ। ਪ੍ਰਭੂ ਜੀ ਨੇ ਕਿਹਾ, ਗੋਦਾਵਰੀ ਨਦੀ ਕੰਢੇ ਆਉਂਦਿਆਂ ਨਾਗਨਾਥ ਦੇ ਤੀਰਥ ਇੱਕ ਵਿਸੋਭਾ ਖੇਚਰ ਨਾਮੀ ਸੰਤ ਰਹਿੰਦਾ ਹੈ, ਤੂੰ ਉਸ ਨੂੰ ਆਪਣਾ ਗੁਰੂ ਧਾਰਨ ਕਰ ਲੈ। ਫਿਰ ਨਾਮਦੇਵ ਜੀ ਨੇ ਕਿਹਾ, ਪ੍ਰਭੂ ਜੀ ਐਡੀ ਦੂਰ ਮੈਂ ਇਕੱਲਾ ਕਿਵੇਂ ਜਾਵਾਂਗਾ, ਤੁਸੀਂ ਮੇਰੇ ਨਾਲ ਚੱਲੋ। ਭਗਤ ਨਾਮਦੇਵ ਜੀ ਨੇ ਜ਼ਿੱਦ ਕਰਕੇ ਪ੍ਰਭੂ ਜੀ ਨੂੰ ਨਾਲ ਜਾਣ ਵਾਸਤੇ ਤਿਆਰ ਕਰ ਹੀ ਲਿਆ ਤੇ ਭਗਤ ਨਾਮਦੇਵ ਜੀ ਨੇ ਇਹ ਸਾਰੀ ਗੱਲ ਆਪਣੇ ਮਾਤਾ ਪਿਤਾ ਨੂੰ ਦੱਸੀ ਕਿ ਮੈਂ ਗੁਰੂ ਧਾਰਨ ਕਰਨ ਲਈ ਗੋਦਾਵਰੀ ਨਦੀ ਕੰਢੇ ਨਾਗਨਾਥ ਦੇ ਮੰਦਰ ਜਾ ਰਿਹਾ ਹਾਂ। ਫਿਰ ਉਹਨਾਂ ਦੇ ਮਾਤਾ ਪਿਤਾ ਨੇ ਕਿਹਾ, ਐਡੀ ਦੂਰ ਤੋਂ ਇਕੱਲਾ ਕਿਵੇਂ ਜਾਏਗਾ, ਅਸੀਂ ਤੇਰੇ ਨਾਲ ਚੱਲਾਂਗੇ। ਭਗਤ ਨਾਮਦੇਵ ਜੀ ਨੇ ਕਿਹਾ, ਤੁਸੀਂ ਮੇਰੇ ਜਾਣ ਦੀ ਤਿਆਰੀ ਕਰੋ, ਮੇਰੇ ਨਾਲ ਪ੍ਰਭੂ ਜੀ ਆਪ ਜਾ ਰਹੇ ਹਨ। ਭਗਤ ਨਾਮਦੇਵ ਜੀ ਆਪਣੇ ਮਾਤਾ ਪਿਤਾ ਨੂੰ ਕਹਿ ਕੇ ਵਿਠਲ ਪ੍ਰਭੂ ਦੇ ਸੰਗ ਓਡਿਆਂ ਨਾਗਨਾਥ ਜੀ ਦੇ ਮੰਦਰ ਨੂੰ ਚੱਲ ਪਏ। ਲੰਮਾ ਰਸਤਾ ਮੁਕਾ ਕੇ ਜਦੋਂ ਮੰਦਰ ਲਾਗੇ ਪਹੁੰਚੇ ਤਾਂ ਪ੍ਰਭੂ ਜੀ ਆਪ ਪਿੱਛੇ ਰਹੇ ਤੇ ਭਗਤ ਨਾਮਦੇਵ ਜੀ ਨੂੰ ਵਿਸੋਭਾ ਖੇਚਰ ਪਾਸ ਭੇਜਿਆ। ਵਿਸੋਭਾ ਖੇਚਰ ਇਹ ਸਭ ਕੁਝ ਜਾਣ ਗਏ ਕਿ ਪ੍ਰਭੂ ਜੀ ਨਾਮਦੇਵ ਜੀ ਨੂੰ ਮੇਰੇ ਪਾਸ ਭੇਜ ਰਹੇ ਹਨ। ਉਹਨਾਂ ਨੇ ਭਗਤ ਨਾਮਦੇਵ ਜੀ ਦੀ ਪ੍ਰੀਖਿਆ ਲੈਣ ਵਾਸਤੇ ਕੋਹੜੀ ਦਾ ਰੂਪ ਧਾਰ ਕੇ ਮੰਦਰ ਵਿੱਚ ਸ਼ਿਵਲਿੰਗ ਉੱਤੇ ਪੈਰ ਰੱਖ ਕੇ ਲੰਮੇ ਪੈ ਗਏ। ਜਦੋਂ ਭਗਤ ਨਾਮਦੇਵ ਜੀ ਮੰਦਰ ਪਹੁੰਚੇ ਤਾਂ ਇਹ ਸਭ ਕੁਝ ਦੇਖ ਕੇ ਹੈਰਾਨ ਹੋ ਗਏ ਤੇ ਉਸ ਕੋਹੜੀ ਨੂੰ ਆਖਣ ਲੱਗੇ, ਇਹ ਤੁਸੀਂ ਮੰਦਰ ਵਿੱਚ ਕਿੱਡਾ ਨਿਰਾਦਰੀ ਵਾਲਾ ਕੰਮ ਕਰ ਰਹੇ ਹੋ, ਜੋ ਆਪਣੇ ਪੈਰ ਸ਼ਿਵਲਿੰਗ ਉੱਪਰ ਰੱਖੇ ਹੋਏ ਹਨ। ਫਿਰ ਵਿਸੋਭਾ ਖੇਚਰ ਨੇ ਕਿਹਾ, ਬਾਲਕ ਤੂੰ ਮੇਰੀਆਂ ਲੱਤਾਂ ਚੁੱਕ ਕੇ ਉੱਥੇ ਰੱਖ ਦੇ ਜਿੱਥੇ ਸ਼ਿਵਲਿੰਗ ਨਹੀਂ ਹੈ। ਜਦੋਂ ਭਗਤ ਨਾਮਦੇਵ ਜੀ ਵਿਸੋਭਾ ਖੇਚਰ ਦੀਆਂ ਲੱਤਾਂ ਚੁੱਕ ਕੇ ਉਸ ਥਾਂ ਰੱਖਣ ਲੱਗੇ ਜਿੱਥੇ ਸ਼ਿਵਲਿੰਗ ਨਹੀਂ ਸੀ ਤਾਂ ਇਹ ਕੌਤਕ ਵੇਖ ਕੇ ਹੈਰਾਨ ਰਹਿ ਗਏ ਕਿ ਉਹ ਜਿਸ ਪਾਸੇ ਵੀ ਲੱਤਾਂ ਨੂੰ ਚੁੱਕ ਕੇ ਰੱਖਣ ਲੱਗਦੇ ਸ਼ਿਵਲਿੰਗ ਉੱਥੇ ਹੀ ਨਜ਼ਰ ਹੀ ਆਉਂਦਾ। ਇਸ ਤੇ ਭਗਤ ਨਾਮਦੇਵ ਜੀ ਨੇ ਵਿਸੋਭਾ ਖੇਚਰ ਦੀਆਂ ਲੱਤਾਂ ਪਹਿਲੀ ਥਾਂ ਤੇ ਹੀ ਰੱਖ ਦਿੱਤੀਆਂ ਤੇ ਅਚਰਜ ਜਿਹੇ ਹੋ ਕੇ ਵਿਸੋਭਾ ਖੇਚਰ ਬਾਰੇ ਪੁੱਛਿਆ। ਤਦ ਅੱਗੋਂ ਜਵਾਬ ਮਿਲਿਆ ਕਿ ਵਿਸੋਭਾ ਖੇਚਰ ਮੈਂ ਹੀ ਹਾਂ। ਇਹ ਵੇਖ ਕੇ ਭਗਤ ਨਾਮਦੇਵ ਜੀ ਬੜੇ ਹੈਰਾਨ ਹੋਏ ਤੇ ਦਿਲ ਵਿੱਚ ਸੋਚਣ ਲੱਗੇ ਕਿ ਇਹ ਸਭ ਪ੍ਰਭੂ ਜੀ ਮੇਰੀ ਪ੍ਰੀਖਿਆ ਲੈ ਰਹੇ ਹਨ। ਫਿਰ ਸੋਚਣ ਲੱਗੇ ਕਿ ਪ੍ਰਭੂ ਜੀ ਨੇ ਵਿਸੋਭਾ ਖੇਚਰ ਜੀ ਨੂੰ ਮੈਨੂੰ ਆਪਣਾ ਗੁਰੂ ਧਾਰਨ ਲਈ ਕਿਹਾ ਹੈ, ਉਹਨਾਂ ਦਾ ਕਹਿਣਾ ਵੀ ਮੈਂ ਮੋੜ ਨਹੀਂ ਸਕਦਾ। ਹੁਣ ਤਾਂ ਇਹਨਾਂ ਨੂੰ ਹੀ ਗੁਰੂ ਧਾਰਨ ਕਰਕੇ ਗਿਆਨ ਪ੍ਰਾਪਤ ਕਰਨਾ ਪਵੇਗਾ। ਤਦ ਭਗਤ ਨਾਮਦੇਵ ਜੀ ਨੇ ਵਿਸੋਭਾ ਖੇਚਰ ਜੀ ਨੂੰ ਕਿਹਾ, ਮੇਰਾ ਨਾਮ ਨਾਮਦੇਵ ਹੈ ਤੇ ਪੰਡਰਪੁਰ ਤੋਂ ਆਇਆ ਹਾਂ, ਮੈਂ ਤੁਹਾਨੂੰ ਗੁਰੂ ਧਾਰਨ ਕਰਨਾ ਹੈ। ਇਸ ਤੇ ਵਿਸੋਭਾ ਜੀ ਨੇ ਕਿਹਾ ਕਿ ਮੈਨੂੰ ਪਹਿਲਾਂ ਚਾਨਣ ਵਿੱਚ ਖੜੋ, ਮੈਂ ਤੁਹਾਨੂੰ ਬਾਹਰ ਜਾ ਕੇ ਸਾਰੀ ਗੱਲ ਦੱਸਾਂਗਾ, ਕਿਉਂਕਿ ਮੇਰਾ ਸਰੀਰ ਬਿਰਧ ਹੈ ਤੇ ਆਪ ਉੱਠ ਕੇ ਬਾਹਰ ਨਹੀਂ ਜਾ ਸਕਦਾ। ਭਗਤ ਨਾਮਦੇਵ ਜੀ ਨੇ ਆਪ ਆਸਰਾ ਦੇ ਕੇ ਵਿਸੋਭਾ ਜੀ ਨੂੰ ਬਾਹਰ ਲਿਆਂਦਾ। ਇਸ ਤੇ ਵਿਸੋਭਾ ਖੇਚਰ ਜੀ ਦੇ ਦਿਲ ਤੇ ਬੜਾ ਅਸਰ ਹੋਇਆ ਕਿ ਇਸ ਬਾਲਕ ਵਿੱਚ ਇੰਨੀ ਨਿਮਰਤਾ ਹੈ, ਮੇਰੇ ਇਸ ਤਰ੍ਹਾਂ ਦੇ ਸਰੀਰ ਦਾ ਵੀ ਇਸ ਨੇ ਕੋਈ ਬੁਰਾ ਨਹੀਂ ਮਨਾਇਆ। ਜਦੋਂ ਭਗਤ ਨਾਮਦੇਵ ਜੀ ਨੇ ਵਿਸੋਭਾ ਜੀ ਨੂੰ ਗੁਰੂ ਧਾਰਨ ਕਰਕੇ ਗਿਆਨ ਦੀ ਪ੍ਰਾਪਤੀ ਲਈ ਕਿਹਾ ਤਾਂ ਵਿਸੋਭਾ ਜੀ ਨੇ ਨਾਮਦੇਵ ਜੀ ਨੂੰ ਆਪਣੇ ਸਾਹਮਣੇ ਬਿਠਾ ਕੇ ਅੱਖਾਂ ਮੀਟਣ ਲਈ ਕਿਹਾ ਤੇ ਨਾਲ ਹੀ ਗਿਆਨ ਪ੍ਰਤੀ ਸਮਝਾਉਣ ਲੱਗੇ ਕਿ ਮਨੁੱਖ ਦਾ ਆਤਮਿਕ ਸੁੱਖ ਮਨੁੱਖ ਦੇ ਆਪਣੇ ਪਾਸ ਹੀ ਹੈ। ਜਿਸ ਵਕਤ ਚਿੱਤ ਆਤਮਿਕ ਰੂਪ ਵਿੱਚ ਲੀਨ ਹੋ ਜਾਂਦਾ ਹੈ ਤੇ ਈਸ਼ਵਰ ਨਾਲ ਉਹ ਸਰੂਪ ਇੱਕ ਹੋ ਜਾਂਦਾ ਹੈ। ਜਿਸ ਵਕਤ ਜੀਵ ਦਾ ਰੂਪ ਪ੍ਰਭੂ ਨਾਲ ਇੱਕ ਹੋ ਗਿਆ ਤਾਂ ਉਹ ਬ੍ਰਹਮ ਦਾ ਰੂਪ ਬਣ ਜਾਂਦਾ ਹੈ। ਸਭ ਤੋਂ ਵੱਡਾ ਗਿਆਨ ਇਹ ਹੈ ਕਿ ਆਪਣੇ ਮੁਖੋਂ ਹਰੀ ਦਾ ਜਾਪ ਕਰਨ ਤੇ ਸਾਰੇ ਦੁੱਖਾਂ ਕਲੇਸ਼ਾਂ ਤੇ ਪਾਪਾਂ ਦਾ ਨਾਸ਼ ਹੋ ਜਾਂਦਾ ਹੈ ਤੇ ਪ੍ਰਭੂ ਦੇ ਸਿਮਰਨ ਕਰਨ ਨਾਲ ਮੁਕਤੀ ਪ੍ਰਾਪਤ ਹੋ ਜਾਂਦੀ ਹੈ। ਆਪਣੇ ਹਿਰਦੇ ਵਿੱਚ ਸਿਰਫ ਪ੍ਰਭੂ ਨੂੰ ਹੀ ਵਸਾਓ, ਮਾਇਆ ਤੇ ਮੋਹ ਦੇ ਜਾਲ ਵਿੱਚ ਫਸਣਾ ਨਹੀਂ ਚਾਹੀਦਾ। ਜਦੋਂ ਇਹ ਸਾਰਾ ਗਿਆਨ ਦੇ ਕੇ ਭਗਤ ਨਾਮਦੇਵ ਜੀ ਨੂੰ ਵਿਸੋਭਾ ਖੇਚਰ ਜੀ ਨੇ ਅੱਖਾਂ ਖੋਲ੍ਹਣ ਲਈ ਕਿਹਾ ਤਾਂ ਉਹ ਵੇਖ ਕੇ ਹੈਰਾਨ ਹੋ ਗਏ ਕਿ ਬਿਰਧ ਆਦਮੀ ਦੀ ਥਾਂ ਵਿਸੋਭਾ ਖੇਚਰ ਜੀ ਆਪਣੇ ਅਸਲੀ ਰੂਪ ਵਿੱਚ ਚੰਗੇ ਭਲੇ ਜਵਾਨ ਤੇ ਤੰਦਰੁਸਤ ਦਿਖਾਈ ਦੇ ਰਹੇ ਸਨ। ਭਗਤ ਨਾਮਦੇਵ ਜੀ ਨੇ ਆਪਣੇ ਗੁਰਾਂ ਦੀ ਚਰਨੀ ਸੀਸ ਨਿਵਾਇਆ
ਤੇ ਗੁਰਾਂ ਨੇ ਆਸ਼ੀਰਵਾਦ ਦੇ ਕੇ ਭਗਤ ਨਾਮਦੇਵ ਜੀ ਨੂੰ ਆਪਣੇ ਡੇਰੇ ਤੋਂ ਤੋਰਿਆ। ਭਗਤ ਨਾਮਦੇਵ ਜੀ ਆ ਕੇ ਵਿਠਲ ਭਗਵਾਨ ਜੀ ਨੂੰ ਮਿਲੇ ਤੇ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਦਾ ਸਾਰਾ ਹਾਲ ਸੁਣਾਇਆ। ਫਿਰ ਪ੍ਰਭੂ ਜੀ ਨੇ ਭਗਤ ਨਾਮਦੇਵ ਜੀ ਨੂੰ ਕਿਹਾ ਕਿ ਹੁਣ ਤੁਸੀਂ ਗੁਰੂਹੀਣ ਤੇ ਗਿਆਨਹੀਣ ਨਹੀਂ, ਬਲਕਿ ਗੁਰੂ ਧਾਰਨ ਕਰਕੇ ਗਿਆਨ ਦੀ ਪ੍ਰਾਪਤੀ ਕਰ ਲਈ ਹੈ। ਹੁਣ ਤੁਹਾਡਾ ਇਸ ਗੱਲ 'ਤੇ ਕੋਈ ਵੀ ਅਪਮਾਨ ਨਹੀਂ ਕਰੇਗਾ। ਭਗਤ ਨਾਮਦੇਵ ਜੀ ਨੇ ਪ੍ਰਭੂ ਦੀ ਚਰਨੀ ਹੱਥ ਲਾਇਆ ਤੇ ਦੋਵੇਂ ਖੁਸ਼ੀ-ਖੁਸ਼ੀ ਪੰਢਰਪੁਰ ਨੂੰ ਤੁਰ ਪਏ। ਪੰਢਰਪੁਰ ਆ ਕੇ ਭਗਤ ਨਾਮਦੇਵ ਜੀ ਨੇ ਆਪਣੇ ਮਾਤਾ ਜੀ ਤੇ ਪਿਤਾ ਜੀ ਦੇ ਚਰਨਾਂ 'ਤੇ ਪ੍ਰਣਾਮ ਕੀਤੀ ਤੇ ਆਪਣੇ ਗੁਰੂ ਧਾਰਨ ਬਾਰੇ ਤੇ ਗਿਆਨ ਦੀ ਕੀਤੀ ਪ੍ਰਾਪਤੀ ਬਾਰੇ ਸਭ ਕੁਝ ਉਹਨਾਂ ਨੂੰ ਦੱਸਿਆ। ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੈ, ਗੁਰ ਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੈ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਜੀ। ਦਾਸ ਨੂੰ ਆਗਿਆ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।